ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਵਿਚਾਰ ਹੈ ਉਹ ਆਪਾਂ ਪਦਾ ਨੰਬਰ 22 ਦੀ ਕਰਨੀ ਹੈ ਔਰ ਕੋਸ਼ਿਸ਼ ਕਰਦੇ ਹਾਂ ਪਦਾ ਨੰਬਰ 23 ਵੀ ਨਾਲ ਕਰਨ ਦੀ, ਕਿਉਂਕਿ ਇਹ ਦੋਨੇ ਪਦੇ ਜਿਹੜੇ ਨੇ ਇਹ ਛੋਟੇ ਨੇ ਔਰ ਮੇਰਾ ਖਿਆਲ ਹੈ ਇਹ ਆਪਾਂ ਵਿਚਾਰ ਕਰ ਸਕਦੇ ਹਾਂ। ਸੋ ਕੋਸ਼ਿਸ਼ ਕਰਾਂਗੇ, ਹਾਂਜੀ ਕੋਸ਼ਿਸ਼ ਕਰਦੇ ਹਾਂ ਇਹ ਦੋਨੇ ਪਦੇ ਆਪਾਂ ਅੱਜ ਵਿਚਾਰਦੇ ਹਾਂ। ਆਪਾਂ ਪੜ੍ਹੇ ਤਾਂ ਬਹੁਤ ਹੋਣੇ ਆ ਇਹ, ਕਿਉਂਕਿ ਪਹਿਲੀ ਬਾਣੀ ਦਾ ਜਪ ਬਾਣੀ ਦਾ ਪਾਠ ਜਿਹੜੇ ਆ ਉਹ ਤਕਰੀਬਨ ਸਾਰੇ ਲੋਕ ਬੜੇ ਪਿਆਰ ਸਤਿਕਾਰ ਨਾਲ ਕਰਦੇ ਨੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇਹ ਜਿਹੜੇ ਦੋਨੇ ਪਦੇ ਨੇ ਨੰਬਰ 22 ਔਰ ਨੰਬਰ 23, ਇਹ ਜੋ ਪ੍ਰਭੂ ਨੇ ਸਿਰਜਿਆ ਹੈ ਉਸ ਦੇ ਬਾਰੇ, ਔਰ ਦੂਸਰੇ ਪਾਸੇ ਜੋ ਬੇਅੰਤ ਅਕਾਲ ਪੁਰਖ ਦੇ ਸਨਮੁਖ ਜੋ ਨਾਮ ਅਭਿਆਸੀ ਹੈ ਉਹ ਆਪਣੀ ਹਸਤੀ ਜਦੋਂ ਖਤਮ ਕਰ ਦਿੰਦਾ ਹੈ ਉਸ ਬਾਰੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕੁਦਰਤ ਦੀ ਰਚਨਾ ਵਿੱਚ ਲੱਖਾਂ ਪੁਲਾੜ ਤੇ ਲੱਖਾਂ ਧਰਤੀਆਂ ਨੇ। ਇਹ ਵੀ ਕਹਿ ਸਕਦੇ ਹਾਂ ਕਿ ਕਰੋੜਾਂ ਲੋਕ ਨੇ, ਕਿਉਂਕਿ ਜਿੱਥੇ ਧਰਤੀ ਹੈ ਉੱਥੇ ਵਸੋਂ ਵੀ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕੁਦਰਤ ਦੀ ਰਚਨਾ ਵਿੱਚ ਲੱਖਾਂ ਪੁਲਾੜ ਤੇ ਲੱਖਾਂ ਧਰਤੀਆਂ ਹਨ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ, ਸਭ ਸਿਆਣੇ ਵਿਦਵਾਨ ਲੱਭ ਲੱਭ ਕੇ ਥੱਕ ਗਏ, ਢੂੰਡ ਕੇ ਥੱਕ ਗਏ। ਵੇਦ ਵੀ ਇੱਕੋ ਗੱਲ ਕਰਦੇ ਨੇ ਕਿ ਸਭ ਕਾਸੇ ਦਾ ਸਿਖਰ ਜਾਂ ਇੱਕ ਸਿਖਰ ਦੀ ਗੱਲ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਹੈ। ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਹੀ ਹੈ, ਇੱਕ ਪ੍ਰਭੂ ਹੀ ਹੈ, ਇੱਕ ਰੱਬ ਹੀ ਹੈ। ਕੁਦਰਤ ਦੀ ਰਚਨਾ ਵਿੱਚ ਲੱਖਾਂ ਪੁਲਾੜ ਤੇ ਲੱਖਾਂ ਧਰਤੀਆਂ ਨੇ। ਸਭ ਸਿਆਣੇ ਸਭ ਵਿਦਵਾਨ ਢੂੰਡ ਢੂੰਡ ਕੇ ਲੱਭ ਲੱਭ ਕੇ ਅਖੀਰ ਨੂੰ ਥੱਕ ਗਏ, ਔਰ ਵੇਦ ਵੀ ਇੱਕੋ ਗੱਲ ਕਰਦੇ ਨੇ ਕਿ ਸਭ ਕਿਸੇ ਦਾ ਸਿਖਰ ਜਾਂ ਸਿਖਰ ਦੀ ਗੱਲ ਇੱਕ ਪਰਮਾਤਮਾ ਹੀ ਹੈ। ਸਹਿਸ 18 ਕਹਿਨ ਕਤੇਬਾਂ ਅਸਲੋਂ ਇੱਕ ਧਾਤ, ਇਤਿਹਾਸਕ ਗੱਲ ਹੈ। ਇਸਲਾਮੀ ਮਨੌਤ ਦੇ ਅਨੁਸਾਰ 18,000 ਆਲਮ ਭਾਵ ਕੁੱਲ ਦੁਨੀਆ ਅਤੇ ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ ਆਦਿ ਕਿਤਾਬਾਂ ਇਹ ਆਖਦੀਆਂ ਨੇ ਕਿ ਮੂਲ ਰੂਪ ਵਿੱਚ ਇੱਕੋ ਹੀ ਕਾਦਰ ਕਰੀਮ ਹੈ, ਇੱਕੋ ਹੀ ਅਕਾਲ ਪੁਰਖ ਹੈ, ਇੱਕੋ ਹੀ ਰੱਬ ਹੈ, ਇੱਕੋ ਹੀ ਪਰਮਾਤਮਾ ਹੈ। ਸਹਸ 18,000 ਆਲਮ ਕਹਿਨ ਕਤੇਬਾਂ ਅਸਲੋਂ ਇੱਕ ਧਾਤ,
कुरान, अंजील, तौरेत, जंबूर आदि किताबां कैन किताबां के मूल रूप विच असल विच इक्को ही कादर करीम है, इक्को ही परमात्मा है, इक्को ही अकाल पुरख है। लेखा होए तां लिखिए, लेखै होए विनाश। अकाल पुरख दे किसी लेखे जोखे दा पता होवे तां ही लिखिए, तां ही लिखिया जाएगा। जे ओदे अखीर दा पता होए, पर लिखण वाले भी मुक गए, खत्म हो गए। लिखै होए विनाश। उस करते पुरख दी वडियाई, उस करते पुरख दा अखीर, लिखण वाले भी मुक गए, खत्म हो गए, पर उस करते पुरख दी वडियाई बारे कोई भी कंप्लीट जानकारी नहीं दे सकिया। उस दे लेखे जोखे दा कोई हिसाब किताब नहीं ला सके। लेखा होए तां लिखिए, लेखा होए विनाश। जे कोई ओदी होऊगा ते लिखांगे, पर उस दा अखीर कोई भी नहीं लभ सके। नानक वड्डा आखिए, आपे जाने आप। नानक जोत आखदे ने, जो अकाल पुरख, जो परमात्मा सब तो वड्डा है, उसे दा ही नाम जपो। आखिए, उस नूं ही आखिए जिहड़ा इन्ना वड्डा है, जिहदी वडियाई दा कोई सिरा नहीं है, जिहदी वडियाई दा कोई अखीर नहीं है, उस दे नाम नूं ही आखना वाजिब है। नानक वड्डा आखिए, आपे जाने आप। बहुत गहरा पदा है। इनू केवल आपां किते पढ़ पढ़ के ही अपनी तसल्ली ना करी जाइए भी असीं पाठ कर लिया। जरूर करो, मुबारक है। जिन्नी बार मर्जी करो, तुहाडा समा है, तुहाडी मेहनत है। लेकिन इस ज्ञान नूं जानना भी बड़ा जरूरी है। जदों जाणांगे तां ही उस रास्ते ते आपां तुर सकांगे। पातालां पाताल लख, आगासां आगास, उड़ कुड़ भालत के वेद कहनिक वात। सह 18 कहन कितेबां सुनो एक धात। लिखा होए तो लिखिए, लिखा होए विनाश। नानक वड्डा आखिए, आपे जाने आप। जिहदी कोई हाथ ही नहीं पाई जा सकती, जिहदा कोई अंत ही नहीं पाया जा सकता, नानक जोत आखदी है कि उसे दा नाम जपिए, उसे नूं आखिए। यह है पदा नंबर 22 दा सार। अखीर ते रिजल्ट उन्हां ने जो ਅਸੀਂ ਕਰ ਸਕਦੇ ਹਾਂ ਉਹ ਸਾਨੂੰ ਦੱਸਿਆ, ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਦੱਸਿਆ। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਜੋ ਅਕਾਲ ਪੁਰਖ ਇੰਨਾ ਵੱਡਾ ਹੈ, ਇੰਨਾ ਬੇਅੰਤ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਉਹਦੀ ਵਡਿਆਈ ਦਾ ਉਹਨੂੰ ਹੀ ਪਤਾ ਹੈ। ਲੇਕਿਨ ਅਸੀਂ ਜਿਹੜਾ ਅਕਾਲ ਪੁਰਖ, ਜਿਹੜਾ परमात्मा, ਜਿਹੜਾ प्रभु, ਜਿਹੜਾ ਰੱਬ ਸਾਰਿਆਂ ਨਾਲੋਂ ਵੱਡਾ ਹੈ, ਉਸੇ ਨੂੰ ਆਖਣਾ ਹੈ। ਇਹ ਤਤ ਸਾਰ ਹੈ ਇਸ ਪਦੇ ਦਾ। ਅਸੀਂ ਬਾਕੀ ਤੋਂ ਕੀ ਲੈਣਾ, ਕਿਸੇ ਤੋਂ ਕੀ ਲੈਣਾ। ਅਸੀਂ ਬਹਿ ਕੇ ਆਰਾਮ ਨਾਲ ਆਪਣਾ ਨਾਮ ਜਪੀਏ।
दिन राती आराधो प्यारो, निमख न कीजै ढीला। तुमरी कृपा ते गुण गावै नानक, ध्याए ध्याए प्रभ को नमस्कार है। ਅਸੀਂ ਇਹ ਕੰਮ ਕਰਨਾ, ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ। ਸਾਡਾ ਇਹ ਫਰਜ਼ ਹੈ। ਸੋ ਇਹ ਪਦਾ ਨੰਬਰ 22 ਕੇਵਲ 5 ਤੁਕਾਂ ਦਾ ਪਦਾ ਹੈ, ਲੇਕਿਨ ਉਸ ਦਾ ਰਿਜ਼ਲਟ ਸਾਨੂੰ ਬਹੁਤ ਡੂੰਘੀ ਗੱਲ ਦੱਸ ਰਿਹਾ ਹੈ। ਕੇਵਲ ਤੇ ਕੇਵਲ 5ਵੀਂ ਲਾਈਨ ਦੇ ਵਿੱਚ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਜਿਹੜਾ ਇੰਨਾ ਬੇਅੰਤ ਹੈ, ਜੋ ਅਕਾਲ ਪੁਰਖ ਇੰਨਾ ਬੇਅੰਤ ਹੈ, ਇੰਨੀ ਉਹਦੀ ਵਡਿਆਈ ਹੈ, ਉਸੇ ਦਾ ਨਾਮ ਜਪੋ। ਉਸੇ ਦਾ ਨਾਮ। ਇਹ ਹੈ ਪਦਾ ਨੰਬਰ 22। ਸੋ ਇਹ ਵਿਚਾਰ ਜਿਹੜੀ ਆਪਾਂ ਕਰਦੇ ਆ, ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਸਾਰੀ। ਤੁਸੀਂ ਕਿੰਨੀ ਮੰਨਣੀ ਹੈ, ਕਿੰਨੀ ਇਹਦੇ ਤੇ ਹੋਰ ਰੀਸਰਚ ਕਰਨੀ ਹੈ, ਇਹ ਤੁਹਾਡਾ ਆਪਣਾ ਕੰਮ ਹੈ, ਆਪਣਾ ਤੁਹਾਡਾ ਫਰਜ਼ ਹੈ, ਆਪਣੀ ਤੁਹਾਡੀ ਡਿਊਟੀ ਹੈ। ਇਹਨੂੰ ਪੜ੍ਹ ਕੇ ਅਮਲ 'ਚ ਲੈ ਕੇ ਆਉਣਾ ਬਹੁਤ ਅੱਛੀ ਗੱਲ ਹੈ। ਇਹਨੂੰ ਪੜ੍ਹ ਕੇ ਇਹਨੂੰ ਬਾਰ-ਬਾਰ ਪੜ੍ਹੀ ਜਾਣਾ, ਉਹ ਆਪ ਜੀ ਨੂੰ ਮੁਬਾਰਕ ਹੈ। ਲੇਕਿਨ ਇੱਕ ਗੱਲ ਹੈ ਕਿ ਸਾਨੂੰ ਇਹ ਆਪਣੇ ਜੀਵਨ ਦੇ ਵਿੱਚ ਜਿਹੜਾ ਗਿਆਨ ਅਸੀਂ ਪੜ੍ਹ ਰਹੇ ਹਾਂ, ਇਹਨੂੰ ਢਾਲਣਾ ਪਊ। ਤਾਂ ਜਿਹੜੀਆਂ ਗੁੱਝੀਆਂ ਗੱਲਾਂ ਨੇ ਗੁਰਬਾਣੀ ਦੀਆਂ, ਜਾਂ ਤਾਂ ਜਿਹੜੀਆਂ ਗੁਰਬਾਣੀ ਦੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਤਾਂ ਸਾਡੇ ਸਮਝ ਆਏਗਾ। ਅਗਮ ਅਗੋਚਰ ਪਕੜਿਆ ਗੁਰ ਸ਼ਬਦੀ, ਇਹ ਚੀਜ਼ਾਂ ਬਾਰੇ ਤਾਂ ਸਾਨੂੰ ਪਤਾ ਲੱਗੇਗਾ ਜਦੋਂ ਇਹਨਾਂ ਨੂੰ ਅਮਲ 'ਚ ਲੈ ਕੇ ਆਵਾਂਗੇ। ਅੱਗੇ ਚੱਲੀਏ ਜੀ, ਪਦਾ ਨੰਬਰ 23। ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ। ਅੱਛਾ, ਹੁਣ ਇੱਕ ਸਬੂਤ ਦੇਣ ਲੱਗੇ ਨੇ ਉਹਦਾ। ਜਿਹੜੀ ਆਪਾਂ ਗੱਲ ਕੀਤੀ ਹੈ ਕਿ ਇਹ ਦੋਨੇ ਪਦੇ ਜੋ ਪਰਮਾਤਮਾ ਨੇ ਸਿਰਜਿਆ, ਉਸ ਬਾਰੇ ਗੱਲ ਕਰਨਗੇ, ਪਰਮਾਤਮਾ ਦੀ ਵਡਿਆਈ ਬਾਰੇ ਗੱਲ ਕਰਨਗੇ। ਤੇ ਜਦੋਂ ਅਭਿਆਸੀ ਬਿਲਕੁਲ ਉਸ ਬੇਅੰਤ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਅੱਗੇ ਸਰੈਂਡਰ ਕਰਕੇ ਆਪਣੀ ਹਸਤੀ, ਆਪਣੀ ਹੋਂਦ ਖਤਮ ਕਰਦਾ ਹੈ, ਉਸ ਬਾਰੇ। ਹੁਣ ਇਹ ਕੇਵਲ 4 ਤੁਕਾਂ ਨੇ, ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪਾਂ ਇਹਦਾ ਵਿਚਾਰ ਕਰਨਾ। ਤੇ ਅੱਜ ਵਿਚਾਰ ਕਰਨ ਤੋਂ ਬਾਅਦ ਮੈਂ ਸੈਸ਼ਨ ਉਸੇ ਵੇਲੇ ਖਤਮ ਕਰ ਦੇਣਾ। ਥੋੜੇ ਜਿਹੇ ਟਾਈਮ ਰਿਸਟ੍ਰਿਕਸ਼ਨ ਅੱਜ ਹੈਗੇ ਆ, ਸੋ ਆਪਾਂ ਇਸ ਕਰਕੇ ਇਹ ਵਿਚਾਰ ਨੂੰ ਇੱਥੇ ਹੀ ਖਤਮ ਕਰਾਂਗੇ ਅਗਲੇ 23 ਨੰਬਰ ਪਦਾ ਵਿਚਾਰਨ ਦੇ ਬਾਅਦ। ਅੱਜ ਕੁਐਸਚਨ ਆਨਸਰਸ ਦਾ ਸੈਸ਼ਨ ਆਪਾਂ ਨਹੀਂ ਕਰਾਂਗੇ, ਤੇ ਇਹ ਨੈਕਸਟ ਟਾਈਮ ਆਪਾਂ ਸ਼ਾਇਦ ਅਗਲੇ ਸੰਡੇ ਨੂੰ ਇੱਕ ਸੈਸ਼ਨ ਸਿਰਫ ਆਪਾਂ ਕੁਐਸਚਨਸ ਆਨਸਰ ਦਾ ਹੀ ਰੱਖ ਲਈਏ, ਕਿ ਜੇ ਕੋਈ ਕਿਸੇ ਦਾ ਸਵਾਲ ਹੋਵੇ ਜਾਂ ਕੋਈ ਆਪਣੇ ਵਿਚਾਰ ਦੇਣਾ ਚਾਹੇ ਉਹ ਜ਼ਰੂਰ ਦੇਵੇ। ਲੇਕਿਨ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਘੋਖ ਲੈਣਾ ਕਿ ਆਪਾਂ ਜਿਹੜਾ ਸਵਾਲ ਕਰਨਾ ਉਹ ਵਾਜਬ ਹੋਵੇ, ਉਹਦੀ ਕੋਈ ਗਹਿਰਾਈ ਹੋਵੇ। ਅੱਛਾ ਜੀ, ਚੱਲੀਏ ਹੁਣ ਆਪਾਂ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆ। ਨਿਰੰਕਾਰ ਦੀ, ਅਕਾਲ ਪੁਰਖ ਦੀ, ਪ੍ਰਭੂ ਦੀ ਭਗਤੀ, ਬੰਦਗੀ, ਇਬਾਦਤ ਕਰਦਿਆਂ ਕਰਦਿਆਂ ਜੀਵ ਆਤਮਾ ਜਾਂ ਕਹਿ ਲਓ ਸੁਰਤ ਪਰਮ ਆਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ, ਇੱਕ ਮਿਕ ਹੋ ਜਾਂਦੀ ਹੈ ਤੇ ਆਪਣੀ ਹਸਤੀ ਖਤਮ ਕਰ ਦਿੰਦੀ ਹੈ।
ਅਕਾਲ ਪੁਰਖ ਦੀ ਭਗਤੀ ਭਜਨ ਬੰਦਗੀ ਕਰਦਿਆਂ ਕਰਦਿਆਂ ਸੁਰਤ ਜਾਂ ਜੀਵ ਆਤਮਾ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਜਾਂਦੀ ਹੈ ਤੇ ਆਪਣੀ ਹਸਤੀ ਖਤਮ ਕਰ ਦਿੰਦੀ ਹੈ। ਹੁਣ ਇਸ ਨੂੰ ਜਰਾ ਆਪਾਂ ਹੋਰ ਖੋਲੀਏ। ਮਹਾਰਾਜ ਦੀ ਬਾਣੀ ਹੈ ਔਰ ਰਾਮਕਲੀ ਰਾਗ ਦੇ ਵਿੱਚ ਇਹ ਮਹੱਲੇ ਪਹਿਲੇ ਦੀ ਬਾਣੀ। ਸੁਰਤੀ ਸੁਰਤੇ ਰਲਾਈਐ ਏਤ, ਤਨ ਕਰ ਤੁਲਹਾ ਲੰਘੇ ਜੇਤ, ਅੰਤਰ ਪਾਏ ਤਿਸੈ ਤੂੰ ਰਖ, ਅਹਨਸ ਦੀਵਾ ਬਲੈ ਅਥਕ। ਸਾਰਿਆਂ ਨਾਲੋਂ ਮੁੱਖ ਜਿਹੜਾ ਕੰਮ ਹੈ ਐਸ ਜਨਮ ਦਾ, ਐਸ ਜੀਵਨ ਦਾ, ਉਹ ਹੈ ਪਰਮਾਤਮਾ ਦੇ ਵਿੱਚ ਜਾਂ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੀ ਸੁਰਤੀ ਜੋੜਨੀ। ਸੁਰਤੀ ਸੁਰਤ ਰਲਾਈ ਹੈ ਏਤ, ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ। ਤਨ ਕਰ ਤੁਲਹਾ ਲੰਘੇ ਜੇਤ, ਇਹ ਜਿਹੜਾ ਸਾਡਾ ਤਨ ਹੈ, ਸਰੀਰ ਹੈ, ਇਹਨੂੰ ਵਿਕਾਰਾਂ ਦੇ ਭਾਰ ਤੋਂ ਬਚਾਉਣਾ, ਹਲਕਾ ਕਰਨਾ, ਫੁੱਲ ਵਰਗਾ ਕਰਨਾ ਤੇ ਇਹਦਾ ਤੁਲਾ ਬਣਾਉਣਾ। ਜਦੋਂ ਇਹ ਤੁਲਾ ਬਣ ਗਿਆ, ਭਾਵ ਇਸ ਮਨ ਦੇ ਵਿਚਾਰ ਖਤਮ ਹੋ ਗਏ ਜਾਂ ਕਹਿ ਲਓ ਮਨ ਖੜਾ ਹੋ ਗਿਆ, ਵਿਚਾਰਾਂ ਤੋਂ ਜੁਦਾ ਹੋ ਗਿਆ, ਤੇ ਫਿਰ ਇਸ ਸਰੀਰ ਦੀ ਮਦਦ ਦੇ ਨਾਲ ਸ਼ਬਦ ਅਭਿਆਸ ਕਰਕੇ, ਕਿਉਂਕਿ ਜੇ ਸਰੀਰ ਅਰੋਗ ਹੋਊਗਾ, ਇੱਕ ਤੇ ਰੋਗ ਬਾਹਰੋਂ ਲੱਗਦੇ ਆ, ਇਹਨਾਂ ਤੋਂ ਵੀ ਬਚਣਾ। ਅਸੀਂ ਸਰੀਰ ਦੀ ਸੇਵਾ ਕਰਨੀ ਹੈ, ਸੰਭਾਲ ਕਰਨੀ ਹੈ, ਔਰ ਦੂਸਰਾ ਇਹਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ, ਤਾਂ ਕਿ ਸਾਡੇ ਮਨ ਅੰਦਰ, ਸਾਡੀ ਆਤਮਾ ਅੰਦਰ, ਜਾਂ ਅਸੀਂ ਉਹ ਵਾਸ਼ਨਾਵਾਂ ਦਾ, ਵਿਕਾਰਾਂ ਦਾ ਜਿਹੜਾ ਭਾਰ ਹੈ ਸਾਡੇ ਅੰਦਰ, ਉਹ ਨਾ ਚੁੱਕੀ ਫਿਰੀ ਜਾਈਏ। ਤੇ ਜਦੋਂ ਉਹ ਭਾਰ ਜਿਹੜਾ ਹੌਲਾ ਹੋ ਗਿਆ, ਲੱਥ ਗਿਆ, ਉਦੋਂ ਸਰੀਰ ਨੂੰ ਤਨ ਕਰ ਤੁਲਾ, ਉਦੋਂ ਸਰੀਰ ਨੇ ਐਨ ਹਲਕਾ ਹੋ ਜਾਣਾ। ਸਰੀਰ ਨਾਲ ਵੀ ਸੰਬੰਧ ਹੈ, ਇਹਨਾਂ ਸਭ ਚੀਜ਼ਾਂ ਦਾ ਸਰੀਰ ਨਾਲ ਵੀ ਸੰਬੰਧ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਇੱਥੇ ਕੇਵਲ ਦੋ ਚੀਜ਼ਾਂ ਨਹੀਂ ਆ, ਅਸੀਂ ਸ਼ੁਰੂ ਤੋਂ ਦੱਸਦੇ ਆ ਰਹੇ ਹਾਂ, ਦੋ ਚੀਜ਼ਾਂ ਨਹੀਂ, ਕਾਮ ਕ੍ਰੋਧ ਲਿਖਿਆ ਹੈ, ਲੇਕਿਨ ਬਾਕੀ ਵੀ ਤਿੰਨ ਨਾਲ ਅਟੈਚ ਸਮਝੋ। ਇਹਦੇ ਇਸ ਸਰੀਰ ਨੂੰ ਗਾਲ ਦਿੰਦੇ ਨੇ। ਅੱਛਾ, ਫੇਰ ਅੱਗੇ ਕਹਿੰਦੇ ਅੰਤਰੇ ਭਾ ਹੈ, ਕਹਿੰਦੇ ਤੇਰੇ ਐਸ ਸਰੀਰ ਦੇ ਅੰਦਰ, ਐਸ ਤਨ ਦੇ ਅੰਦਰ ਰੱਬੀ ਜੋਤ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਨੂੰ ਕਹਿੰਦੇ ਸੰਭਾਲ ਕੇ ਰੱਖ। ਅੰਤਰੇ ਭਾ ਹੈ ਤਿਸੈ ਤੂੰ ਰੱਖ, ਉਸ ਬ੍ਰਹਮ ਅਗਨੀ, ਉਸ ਰੱਬ ਦੀ ਜੋਤ ਜਿਹੜੀ ਤੇਰੇ ਸਰੀਰ ਦੇ ਅੰਦਰ ਹੀ ਹੈ, ਉਹਨੂੰ ਸੰਭਾਲ ਕੇ ਰੱਖ। ਅਹਨਸ ਦੀਵਾ ਬਲੈ ਅਥਕ, ਇਸੇ ਤਰ੍ਹਾਂ ਤੇਰੇ ਅੰਦਰ ਦਿਨ ਰਾਤ ਲਗਾਤਾਰ ਗਿਆਨ ਦਾ, ਅਕਾਲ ਪੁਰਖ ਦੇ ਗੁਣਾਂ ਦਾ, ਉਸ ਪ੍ਰਮਾਤਮਾ ਦੀ ਸਰਵ ਉੱਚ ਹਸਤੀ ਦਾ ਜਿਹੜਾ ਦੀਵਾ ਹੈ, ਉਹ ਲਗਾਤਾਰ ਤੇਰੇ ਅੰਦਰ ਬਲਦਾ ਰਹੇਗਾ। ਤਾਂ ਇਹ ਜ਼ਰੂਰੀ ਕੰਮ ਸਭ ਤੋਂ ਪਦੇ ਦੇ ਵਿੱਚ ਪਹਿਲਾਂ ਲਿਖਿਆ ਹੈ ਕਿ ਨਿਰੰਕਾਰ ਦੀ ਬੰਦਗੀ ਕਰਦਿਆਂ ਕਰਦਿਆਂ, ਭਜਨ ਕਰਦਿਆਂ ਕਰਦਿਆਂ ਸੁਰਤ ਨੂੰ ਪਰਮਾਤਮਾ ਵਿੱਚ ਇੱਕ ਮਿਕ ਕਰਨਾ ਹੈ, ਜਾਂ ਕਹਿ ਲਓ ਇੱਕ ਮਿਕ ਹੋ ਜਾਂਦੀ ਹੈ ਤੇ ਆਪਣੀ ਹਸਤੀ ਖਤਮ ਕਰ ਦਿੰਦੀ ਹੈ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ। ਅੱਛਾ, ਹੁਣ ਇਹਦਾ
ਫਿਜ਼ੀਕਲ ਪ੍ਰੂਫ ਲਈ ਉਹ ਐਗਜ਼ਾਮਪਲ ਲੈਂਦੇ ਆ, ਕਹਿੰਦੇ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ। ਨਦੀਆਂ ਨਾਲੇ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਡਿੱਗ ਪੈਂਦੇ ਆ, ਆਪਣੀ ਹੋਂਦ ਖਤਮ ਕਰ ਲੈਂਦੇ ਆ, ਇੱਕ ਮਿੱਕ ਹੋ ਜਾਂਦੇ ਆ। ਫॉर एग्जाम्पल ਗੰਗਾ 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 ਦਾ ਬਹੁਤ ਰੌਲਾ ਜੀ, ਬੜੀ ਨਦੀ ਹੈ ਜੀ ਇਹ, ਹੈ ਨਾ। ਇਹ ਨਿਕਲਦੀ ਦਾ ਪਤਾ ਜਦੋਂ ਜਾ ਕੇ ਖਤਮ ਹੋ ਜਾਂਦੀ ਹੈ, ਮੁੜ ਕੇ ਕਿੱਥੇ ਗਈ ਗੰਗਾ, ਜਿੱਥੇ ਜਾ ਕੇ ਪੈ ਗਈ ਸਮੁੰਦਰ ਦੇ ਵਿੱਚ, ਕਿੱਥੇ ਗਈ ਗੰਗਾ। ਨਦੀਆਂ ਅਤੈ ਵਾਹ ਪਵੇਂ ਸਮੁੰਦ ਨਾ ਜਾਣੀ, ਕੋਈ ਨਹੀਂ ਲੱਭ ਸਕਦਾ ਵੀ ਕਿਹੜੀ ਗੰਗਾ, ਕਿਹੜੀ ਸਰਸਤੀ, ਕਿਹੜੀ ਗੋਦਾਵਰੀ ਹੈ, ਕੋਈ ਨਹੀਂ ਲੱਭ ਸਕਦਾ। ਉਹ ਫਿਰ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਇਹ ਫਿਜ਼ੀਕਲ ਪ੍ਰੂਫ ਨਾਲ ਦੀ ਨਾਲ ਹੀ ਬਾਬੇ ਨੇ ਸਾਨੂੰ ਦਿੱਤਾ। ਅੱਗੇ ਚੱਲੀਏ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕਹਿੰਦੇ ਸਮੁੰਦਰ ਵਰਗੀ ਅਥਾਹ ਜਾਇਦਾਦ, ਜਾਂ ਕਹਿ ਲੋ ਬਹੁਤ ਪ੍ਰਾਪਰਟੀ, ਮਾਲ ਧਨ ਦੇ ਮਾਲਕ ਆਦ ਜਿਹੜੇ ਮਾਇਆ ਨੂੰ ਨਹੀਂ ਵਿਸਾਰਦੇ, ਉਹ ਕੇਵਲ ਉਸ ਕੀੜੀ ਦੇ ਬਰਾਬਰ ਵੀ ਨਹੀਂ ਜੋ ਰੱਬ ਨੂੰ ਕਦੇ ਨਹੀਂ ਵਿਸਾਰਦੀ। ਇਹ ਦੋ ਲਾਈਨਾਂ ਦਾ ਤੱਤ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਇਹਦਾ ਆਪਾਂ ਤੱਤ ਕੱਢਦੇ ਹਾਂ। ਸਮੁੰਦਰ ਵਰਗੀ ਅਥਾਹ ਜਾਇਦਾਦ ਦੇ ਮਾਲਕ ਜਿਹੜੇ ਮਾਇਆ ਨੂੰ ਨਹੀਂ ਵਿਸਾਰਦੇ, ਉਹ ਉਸ ਕੀੜੀ ਦੇ ਬਰਾਬਰ ਵੀ ਨਹੀਂ ਜੋ ਕਦੇ ਪ੍ਰਭੂ ਪਰਮਾਤਮਾ ਨੂੰ ਨਹੀਂ ਵਿਸਾਰਦੀ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਭਾਵ ਇੱਥੋਂ ਅਸੀਂ ਰਿਜ਼ਲਟ ਕੀ ਕੱਢਣਾ, ਇੱਥੋਂ ਅਸੀਂ ਤੱਤ ਸਾਰ ਕੀ ਕੱਢਣਾ। ਉਹ ਤੱਤ ਸਾਰ ਇਹੀ ਹੈ, ਗਰੀਬੀ ਗਰੀਬੀ ਗਰੀਬੀ, ਨਿਮਰਤਾ ਨਿਮਰਤਾ ਨਿਮਰਤਾ। ਬੰਦੇ ਨੂੰ ਕੀੜੀ ਦੀ ਨਿਆਈ ਗਰੀਬੀ ਵਿੱਚ, ਨਿਮਰਤਾ ਵਿੱਚ ਰਹਿ ਕੇ ਭਗਤੀ ਕਰਨੀ ਚਾਹੀਦੀ ਹੈ। ਇਹੀ ਇਸ ਦਾ ਤੱਤ ਸਾਰ ਹੈ। ਹੁਣ ਪਿਛਲਾ ਪਦਾ ਜਦੋਂ ਖਤਮ ਹੋਇਆ ਸੀ, ਅਖੀਰ ਲਾਈਨ ਦੇ ਵਿੱਚ ਬਾਬੇ ਨੇ ਸਾਨੂੰ ਰਿਜ਼ਲਟ ਦਿੱਤਾ ਕਿ ਜੋ ਅਕਾਲ ਪੁਰਖ ਸਾਰਿਆਂ ਤੋਂ ਵੱਡਾ ਹੈ, ਜੋ ਬੇਅੰਤ ਹੈ, ਜੋ ਅਥਾਹ ਹੈ, ਜਿਹਦੀ ਵਡਿਆਈ ਦੀ ਹਾਥ ਨਹੀਂ ਕੋ ਪਾ ਸਕਿਆ, ਅੰਤ ਨਹੀਂ ਕੋ ਪਾ ਸਕਿਆ, ਉਸੇ ਦਾ ਨਾਮ ਜਪੋ, ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ। ਉਹ ਆਪ ਹੀ ਆਪਣੀ ਵਡਿਆਈ ਨੂੰ ਜਾਣਦਾ ਹੈ, ਆਪ ਹੀ ਆਪਣੀ ਹਸਤੀ ਨੂੰ ਜਾਣਦਾ ਹੈ। ਤੇ ਅਗਲੇ ਪਦੇ ਦੇ ਵਿੱਚ ਜਿਹੜਾ ਨਿਚੋੜ ਨਿਕਲਿਆ ਹੈ ਉਹ ਇਹ ਹੈ ਕਿ ਬੰਦੇ ਨੂੰ ਕੀੜੀ ਦੀ ਨਿਆਈ ਛੋਟਾ ਹੋ ਕੇ, ਛੋਟਾ ਬਣ ਕੇ, ਗਰੀਬੀ ਵਿੱਚ ਰਹਿ ਕੇ, ਨਿਮਰਤਾ ਵਿੱਚ ਰਹਿ ਕੇ ਹੀ ਭਗਤੀ ਕਰਨੀ ਚਾਹੀਦੀ ਹੈ। ਜੇ ਕਿਤੇ ਇਹ ਆਕੜ ਦੇ ਵਿੱਚ ਕਰਾਂਗੇ ਵੀ ਮੈਂ ਹੀ ਵਧੀਆ, ਜਾਂ ਮੈਂ ਹੀ ਭਗਤੀ ਕਰਦਾ, ਜਾਂ ਮੈਨੂੰ ਹੀ ਗਿਆਨ ਹੈ, ਉਹ ਸਾਰਾ ਨਾਲ ਦੀ ਨਾਲ ਖਤਮ ਹੁੰਦਾ ਜਾਏ, ਤਾਂ ਹੀ ਨਹੀਂ ਸਾਡਾ ਕੋ ਬਣਦਾ। ਅਸੀਂ ਇਹ ਚੀਜ਼ ਮੁਕਾਉਂਦੇ ਨਹੀਂ ਆਪਣੇ ਅੰਦਰੋਂ, ਹੰਕਾਰ ਨਹੀਂ ਮੁਕਾਉਂਦੇ। ਅਸੀਂ ਕਹਿੰਦੇ ਹਾਂ ਵੀ ਸਾਡੇ ਵਿਚਾਰ ਠੀਕ ਨੇ, ਜਾਂ ਉਹ ਫਲਾਣਾ ਬਹੁਤ ਬੜੀ ਚੜ੍ਹਦੀ ਕਲਾ ਚ ਹੈ, ਵੀ ਉਹ ਜਿਹੜੇ ਵਿਚਾਰ ਦਿੰਦਾ ਉਹ ਠੀਕ ਹੈ। ਉਹ ਅਸੀਂ ਖੁਦ ਕਹਿੰਦੇ ਹਾਂ ਇਹ ਵਿਚਾਰ ਪ੍ਰੈਕਟੀਕਲ ਜਦੋਂ ਤੱਕ ਆਪਾਂ ਨਹੀਂ ਕਰਾਂਗੇ, ਉਦੋਂ ਤੱਕ ਸਾਡੀ ਤਰੱਕੀ ਨਹੀਂ ਹੋਣੀ, ਸਾਡਾ ਜਿਹੜਾ ਜੀਵਨ ਹੈ ਉਹ ਸੁਧਰਨਾ ਨਹੀਂ।
ਚਲੋ ਰੱਬ ਦਾ ਨਹੀਂ ਪਤਾ, ਪ੍ਰਭੂ ਦਾ ਨਹੀਂ ਪਤਾ, ਪਰ ਇਹ ਇੱਕ ਨਿੱਕਾ ਜਿਹਾ ਫਾਰਮੂਲਾ ਸਮਝ ਲਓ ਜ਼ਿੰਦਗੀ ਦਾ ਕਿ ਆਪਾਂ ਜੇ ਨੀਵੇਂ ਰਵਾਂਗੇ, ਨਿਮਰਤਾ ਵਿੱਚ ਰਵਾਂਗੇ, ਲਾਈਫ ਦੀਆਂ ਜਿਹੜੀਆਂ ਨੇ 80% ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਜਾਣਗੀਆਂ। ਸਾਡੀ ਲੜਾਈ ਹੀ ਹੰਕਾਰ ਦੀ ਹੈ, ਹਉਮੈ ਦੀ ਹੈ, ਮਾਇਆ ਦੀ ਹੈ। ਇਸੇ ਕਰਕੇ ਸਾਨੂੰ ਨਿਚੋੜ ਦਿੰਦਾ ਹੈ ਫਿਜ਼ੀਕਲ ਪ੍ਰੂਫ ਦੇ ਕੇ। ਨਦੀਆਂ ਅਤੇ ਵਾਹ ਪਵੇਂ ਸਮੁੰਦਰ ਨਾ ਜਾਣੀਆਂ, ਕਹਿੰਦੇ ਲੱਭ ਕੇ ਦੱਸੋ ਗੰਗਾ ਕਿੱਥੇ ਪਈ ਜਾ ਕੇ, ਜਾਂ ਗੋਦਾਵਰੀ ਕਿੱਥੇ ਪਈ, ਜਿੱਥੇ ਉਹ ਸਮੁੰਦਰ ਚ ਰਲ ਗਈ ਲੱਭ ਕੇ ਦੱਸ ਦਿਓ ਕਿਹੜੀ ਗੰਗਾ ਤੇ ਕਿਹੜੀ ਗੋਦਾਵਰੀ। ਫਿਰ ਸਮੁੰਦ ਸ਼ਾਹ ਸੁਲਤਾਨ ਗਿਰਾ ਸੇਤੀ ਮਾਲ ਧਨ, ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰ। ਐਡੀਆਂ ਐਡੀਆਂ ਜਾਇਦਾਦਾਂ ਦੇ ਮਾਲਕ, ਅਥਾਹ ਜਾਇਦਾਦ, ਸਮੁੰਦਰ ਦੀ ਐਗਜ਼ਾਮਪਲ ਦਿੱਤੀ ਹੈ। ਸਮੁੰਦਰ ਵਰਗੀ ਅਥਾਹ ਜਾਇਦਾਦ ਦੇ ਮਾਲਕ ਰੱਬ ਕਿੱਥੋਂ ਯਾਦ ਆਉਣਾ ਉਹਨਾਂ ਨੂੰ? ਸਾਰੀ ਜ਼ਿੰਦਗੀ ਉਹ ਉਸ ਦੀ ਸੰਭਾਲ ਚ ਜਾਂ ਉਹਨੂੰ ਵਧਾਉਣ ਚ ਹੀ ਲੱਗੇ ਰਹਿੰਦੇ, ਮਾਇਆ ਨੂੰ ਨਹੀਂ ਵਿਸਾਰਦੇ ਉਹ। ਤੇ ਦੂਸਰੇ ਬੰਨੇ ਗਰੀਬੀ ਚ ਰਹਿਣ ਵਾਲੀ ਨਿੱਕੀ ਜਿਹੀ ਕੀੜੀ, ਉਹਦੀ ਐਗਜ਼ਾਮਪਲ ਲਈ ਹੈ ਵੀ ਉਹ ਇੰਨੀਆਂ ਪ੍ਰਾਪਰਟੀਜ਼ ਦੇ ਮਾਲਕ, ਜਾਇਦਾਦਾਂ ਦੇ ਮਾਲਕ ਉਹਦੇ ਬਰਾਬਰ ਹੀ ਨਹੀਂ, ਕਿਉਂਕਿ ਉਹ ਉਸ ਕੋਲ ਪ੍ਰਭੂ ਦਾ ਨਾਮ ਹੈ, ਉਸ ਕੋਲ ਪ੍ਰਭੂ ਦੀ ਭਗਤੀ ਹੈ, ਇੱਕ ਸਿੰਬਲੀ ਦਿੱਤੀ ਹੈ, ਐਗਜ਼ਾਮਪਲ ਦਿੱਤੀ ਹੈ। ਜੇਕਰ ਬੰਦਾ ਗਰੀਬ ਵੀ ਹੈ, ਛੋਟਾ ਵੀ ਹੈ, ਛੋਟੇ ਅਹੁਦੇ ਤੇ ਵੀ ਕੰਮ ਕਰ ਰਿਹਾ ਹੈ, ਜੇਕਰ ਉਹਦੇ ਕੋਲ ਭਗਤੀ ਹੈ ਤੇ ਪ੍ਰਮਾਤਮਾ ਦੇ ਦਰ ਤੇ ਉਹ ਅਮੀਰ ਹੈ, ਉਹ ਵੱਡਾ ਹੈ। ਆਹ ਰਿਜ਼ਲਟ ਅਸੀਂ ਫਾਲੋ ਕਰਨੇ ਆ, ਆਹ ਰਿਜ਼ਲਟ ਅਸੀਂ ਤਤਸਾਰ ਗੁਰਬਾਣੀ ਚੋਂ ਕੱਢ ਕੇ ਆਪਣੇ ਆਪ ਤੇ ਇੰਪਲੀਮੈਂਟ ਕਰ। ਸੋ ਅੱਜ ਦੀ ਵਿਚਾਰ ਇੱਥੇ ਆਪਾਂ ਖਤਮ ਕਰਦੇ ਹਾਂ।